ਏਸ਼ੀਆ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ। ਸੋ ਅੱਜ ਅਸੀਂ ਖੜੇ ਹਾਂ ਜੀ ਸਿੰਘੂ ਬਾਰਡਰ ਤੇ। ਮੇਰੇ ਨਾਲ ਨੇ ਸਵਾਮੀ ਹਰਸ਼ਾਨੰਦ ਜੀ। ਅੱਜ ਉਹਨਾਂ ਦੇ ਵਿਚਾਰ ਲਵਾਂਗੇ ਤੇ ਅੱਗੇ ਕੀ ਰਣਨੀਤੀ ਹੈ ਸਾਡੇ ਕਿਸਾਨ ਆਗੂਆਂ ਦੀ, ਉਹਦੇ ਬਾਰੇ ਵੀ ਆਪਾਂ ਉਹਨਾਂ ਨਾਲ ਵਿਚਾਰਾਂ ਕਰਾਂਗੇ। ਨਮਸਕਾਰ ਸਰ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਹੁਣ ਅੱਗੇ ਸਰਕਾਰ ਹੈ ਜਿਹੜੀ 9 ਮੀਟਿੰਗਾਂ ਤੋਂ ਬਾਅਦ ਵੀ ਨਹੀਂ ਮੰਨੀ ਤੇ 26 ਜਨਵਰੀ ਦਾ ਜਿਹੜਾ ਕਿਸਾਨਾਂ ਨੇ ਆਪਣਾ ਏਜੰਡਾ ਮਿੱਥਿਆ ਕਿ ਅਸੀਂ ਇੰਡੀਆ ਗੇਟ ਤੇ ਪਾਰਲੀਮੈਂਟ ਪਹੁੰਚਣਾ ਜੀ। ਸੋ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ? ਦੇਖੋ, ਸਾਰਾ ਤੋਂ ਪਹਿਲੀ ਗੱਲ ਤਾਂ ਹੈ ਕਿ ਜਿਹੜੀ ਇਹ ਸਰਕਾਰ ਤੁਸੀਂ ਕਹਿੰਦੇ ਹੋ, ਇਹ ਸਰਕਾਰ ਨਹੀਂ ਹੈ, ਇਹ ਪ੍ਰਾਈਵੇਟ ਕੰਪਨੀ ਹੈ। ਨਰਿੰਦਰ ਅਮਿਤ ਗੌਤਮ ਅਡਾਨੀ ਕੰਪਨੀ, ਇਹਨਾਂ ਦੇ ਸ਼ਰੀਰਾਂ ਦੇ ਅੰਦਰ 3 ਤਰ੍ਹਾਂ ਦੇ ਨਾਗ ਪ੍ਰਵੇਸ਼ ਕਰ ਗਏ। ਅਸੀਂ ਯੋਗ ਦੇ ਵਿਦਿਆਰਥੀ ਆਏ ਔਰ ਇਹ ਵੀ ਯੋਗ ਦਾ ਬ੍ਰਾਂਡ ਐਂਬੈਸਡਰ ਹੈਗਾ ਨਰਿੰਦਰ। ਇਹਦੇ ਅੰਦਰ ਜਿਹੜਾ ਹੈ ਮਾਂਬਾ ਸਭ ਪ੍ਰਵੇਸ਼ ਕਰ ਗਿਆ। ਉਹ ਕੀ ਕਰ ਰਿਹਾ, ਉਹ ਸਪਰੇ ਕਰ ਰਿਹਾ ਜ਼ਹਿਰ ਨੂੰ। ਕੀ ਕਹਿੰਦਾ ਹੈ ਕਿ ਬਈ ਇਹ ਖਾਲਿਸਤਾਨੀ ਨੇ, आतंकवादी ने, पाकिस्तान प्रायोजित ने, इस तरह का मतलब मिसकंडक्ट कर रहा है। एक जिम्मेदार पद पर होकर भी वो अपनी जिम्मेदारी नहीं समझ रहा। ਉਹਦੇ ਨਾਲ ਅਮਿਤ ਜਿਹੜਾ ਕੋਬਰਾ ਹੈ, ਉਹ ਵਹਿਮ ਦਾ ਵਪਾਰੀ ਹੈਗਾ, ਲੋਕਾਂ ਨੂੰ ਠਗਣਾ ਧੋਖਾ ਦੇ ਕਰਕੇ। ਔਰ ਇਹ ਦੋਨੋਂ ਮਿਲ ਕੇ ਗੌਤਮ ਨੂੰ ਨਾਲ ਇਕੱਠਾ ਕਰਕੇ ਬਿਨਾਂ ਜ਼ਮੀਨ ਰਜਿਸਟਰੀ ਕਰਾਏ ਉਹਦੇ ਖਾਤੇ ਚੜਵਾ ਰਹੇ ਕਿਸਾਨਾਂ ਦੀ ਪੂਰੇ ਦੇਸ਼ ਦੇ ਅੰਦਰ। ਇਹ ਜਿਹੜੀ ਲੜਾਈ ਹੈ, ਇਹ ਕਿਸਾਨਾਂ ਦੀ ਲੜਾਈ ਨਹੀਂ ਹੈ ਵੀਰ ਜੀ। ਇਹ ਪ੍ਰਕਿਰਤੀ ਚਾਹੁੰਦੀ ਹੈ ਭਾਰਤ ਦੇ ਅੰਦਰ ਸੱਚਾ ਲੋਕਤੰਤਰ ਆਵੇ। ਇਹ ਪ੍ਰਕਿਰਤੀ ਖੁਦ ਇਹਨੂੰ ਇਸ ਮੂਵਮੈਂਟ ਨੂੰ ਚਲਾ ਰਹੀ ਹੈ। ਇਹ ਕੋਈ ਹਰਿਆਣਾ ਪੰਜਾਬ ਦਾ ਮੂਵਮੈਂਟ ਨਹੀਂ ਹੈ। ਦੇਖੋ, ਦੇਸ਼ 1857 ਦੇ ਅੰਦਰ ਆਜ਼ਾਦੀ ਦਾ ਅੰਦੋਲਨ ਸ਼ੁਰੂ ਹੋਇਆ। ਨਵੇਂ ਸਾਲ ਆਜ਼ਾਦੀ ਦਾ ਅੰਦੋਲਨ ਚੱਲਿਆ। ਅਸੰਖ ਧਰਮਯੋਧਾਵਾਂ ਨੇ ਆਪਣੇ ਖੂਨ ਨਾਲ ਇਸ ਆਜ਼ਾਦੀ ਨੂੰ ਸੀਂਚਾ। 90% ਖੂਨ ਪੰਜਾਬੀਆਂ ਨੇ ਦਿੱਤਾ। ਪੰਜਾਬ 'ਚ ਇਹ ਦੇਸ਼ ਦੀ ਬਲੀਦਾਨ ਦਾ ਇਹ ਤਾਂ ਮਤਲਬ ਔਨ ਰਿਕਾਰਡ ਹੈ, ਹਿਸਟਰੀ ਦੇ ਅੰਦਰ ਸਭ ਲਿਖਿਆ ਹੋਇਆ। ਲੇਕਿਨ ਇਹ ਨੈਰੇਟਿਵ ਕੀ ਚਲਾ ਰਹੇ ਨੇ ਗੁਜਰਾਤੀ ਮਾਡਲ ਲੈ ਕਰਕੇ, ਜਿਹੜੇ ਪਾਣੀ ਵੇਚਣ ਦਾ ਧੰਦਾ ਕਰਦੇ ਆ। ਇਹ ਤਾਂ ਪ੍ਰਕਿਰਤੀ ਨੇ ਮੀਂਹ ਵਰਸਾਇਆ, ਕੋਈ ਪੈਸਾ ਨਹੀਂ ਲੈਂਦੀ ਪ੍ਰਕਿਰਤੀ। ਉਹਨੂੰ ਵੇਚਣ ਦਾ ਵਪਾਰ ਗੁਜਰਾਤੀਆਂ ਨੇ ਸਿਖਾਇਆ ਸਾਨੂੰ। ਇਹ ਪੰਜਾਬ ਦੀ ਧਰਤੀ ਹੈ। ਪਰਿਸ਼ਰਮ ਨਾਲ, ਪੁਰਸ਼ਾਰਥ ਨਾਲ ਜੋ ਧਰਤੀ ਦੀ ਕੋਖ 'ਚ ਪੈਦਾ ਕੀਤਾ, ਉਹੀ ਵੰਡ ਚੱਕ। ਇਹ ਗੁਰੂਆਂ ਦੀ ਪਰੰਪਰਾ ਦੇ ਲੋਕ ਨੇ। ਇਹ ਚਾਹੁੰਦੇ ਨੇ ਕਿ ਬਈ ਪੁਰਸ਼ਾਰਥ ਜਿੰਦਾ ਰਹਿਣਾ ਚਾਹੀਦਾ ਧਰਤੀ ਤੇ। ਤਾਂ ਪੁਰਸ਼ਾਰਥ ਦੇ ਮਾਰੇ ਸਾਡਾ ਸਾਰਾ ਤੋਂ ਵਧੀਆ ਹੈਗਾ ਭਾਰਤੀ ਸੰਵਿਧਾਨ, ਜਿਹਦੀ ਇਹ ਧੱਜੀਆਂ ਉਡਾ ਰਿਹਾ। ਇਹ ਵੀ ਨਹੀਂ, ਇਹ ਜਿਹੜੀ ਵੀ ਸਰਕਾਰਾਂ ਆਈਆਂ ਆਜ਼ਾਦੀ ਆਈ ਉਸ ਤੋਂ ਬਾਅਦ ਜਿਤਨੀ ਸਰਕਾਰਾਂ ਆਈਆਂ ਨੇ, ਕਿਸੇ ਨੇ ਵੀ ਕਿਸਾਨ ਦੀ ਚਿੰਤਾ ਨਾ ਕੀਤੀ। ਔਰ ਇਹ ਜਿਹੜਾ ਹੈ ਹੁਣ ਪ੍ਰਕਿਰਤੀ ਚਾਹੁੰਦੀ ਹੈ ਕਿ ਕਿਸਾਨ ਨੂੰ ਕਿਸਾਨ ਦਾ ਹੱਕ ਮਿਲੇ। ਔਰ ਕਿਸਾਨ ਮੰਗ ਕੀ ਰਹੇ ਸੀ, ਮੈਨੂੰ ਤਾਂ ਬੜੀ ਹੈਰਾਨੀ ਹੈ। MSP ਮਿਨੀਮਮ ਸਪੋਰਟ ਪ੍ਰਾਈਸ। ਭਾਈ ਦੇਖੋ, ਅਸੀਂ ਟਰਸਟ ਚਲਾਉਂਦੇ ਆ, ਨੋ ਲਾਸ ਨੋ ਪ੍ਰੋਫਿਟ, ਤਾਂ ਸਾਨੂੰ ਸਾਰੇ ਟੈਕਸ ਮਾਫ ਹੁੰਦੇ। ਓਕੇ, ਲੇਕਿਨ ਇੱਕ ਕਿਸਾਨ ਹੈ, ਉਹ ਧਰਤੀ ਨਾਲ ਸਾਰੇ ਮੌਸਮਾਂ ਨਾਲ ਲੜ ਕੇ ਫਸਲਾਂ ਨੂੰ ਪੈਦਾ ਕਰਦਾ, ਸਾਡਾ ਪੇਟ ਭਰਦਾ। ਉਹਦਾ ਹੱਕ ਨਹੀਂ ਕਿ ਉਹ ਆਪਣੇ ਪਰਿਵਾਰ ਨੂੰ ਖੁਸ਼ਹਾਲ ਬਣਾਵੇ। ਕਿੰਨਾ ਪੀੜਾ ਦੀ ਗੱਲ ਹੈ। ਅੱਜ ਤੱਕ 6% ਲੋਕ ਵੀ MSP ਤੇ ਆਪਣੀ ਜਿਹੜੀ ਉਪਜ ਹੈ ਨਹੀਂ ਵੇਚ ਪਾ ਰਹੇ। ਜਦਕਿ ਇਸ ਸਰਕਾਰ ਦਾ ਮਤਲਬ ਕੀ ਹੁੰਦਾ? ਇਹ ਹੁੰਦਾ ਗੱਡੇ ਖੋਦਣਾ, ਵਾਟਰ ਕੈਨਿੰਗ ਕਰਨਾ ਔਰ ਇਹ ਤਮਾਸ਼ੇ ਕਰਨਾ ਹੈ। ਕੀ ਹਾਲ ਹੋਇਆ ਕੱਲ ਕੈਮਲਾ ਦੇ ਅੰਦਰ? ਬਚ ਗਿਆ ਨਾ ਉਹ ਮਨੋਹਰ ਖੱਟਰ। ਔਰ ਅੱਜ ਸੁਪਰੀਮ ਕੋਰਟ ਨੇ ਵੀ ਲਤਾੜ ਪਾਈ ਹੈ ਕਿ ਬਈ ਤੁਸੀਂ ਨਹੀਂ ਰੋਕ ਕਰ ਸਕਦੇ, ਤਾਂ ਅਸੀਂ ਰੋਕ ਰਹੇ ਹਾਂ। ਫਿਰ ਮੈਂ ਇਹੀ ਤਾਂ ਕਹਿ ਰਿਹਾ ਸੀ ਬੋਰਡੇ ਜੀ ਨੂੰ ਕਿ ਤੁਹਾਡੇ ਉੱਤੇ ਬਹੁਤ ਵੱਡੀ ਡਿਊਟੀ ਹੈ। ਤੁਸੀਂ ਆਪਣੇ ਆਪ ਨੂੰ ਪਹਿਚਾਣੋ ਕਿ ਤੁਹਾਨੂੰ ਸੰਵਿਧਾਨ ਨੇ ਕੀ ਪਾਵਰ ਦਿੱਤੀ ਹੈ। ਬਈ ਕਾਰਜਪਾਲਿਕਾ ਗਲਤੀ ਕਰ ਰਹੀ ਹੈ, ਵਿਵਸਥਾਪਿਕਾ ਉਹਦਾ ਮੁਖੌਟਾ ਹੈਗਾ। ਇਹ ਦੋਨੋਂ ਗਲਤੀ ਕਰ ਰਹੇ ਤਾਂ ਤੁਹਾਡਾ ਫਰਜ਼ ਹੈ ਉਹਨੂੰ ਅੰਕੁਸ਼ ਲਾਓ। ਤਾਂ ਅੱਜ ਉਹਨਾਂ ਨੇ ਮੇਰੀ ਉਸ ਗੱਲ 'ਤੇ ਇੰਪਲੀਮੈਂਟ ਕੀਤਾ ਹੈ। ਉਹਨਾਂ ਨੂੰ ਆਰਡਰ ਕੀਤਾ ਕਿ ਭਾਈ ਤੁਸੀਂ ਇਹਨੂੰ ਸਟੈਂਡ ਕਿਉਂ ਨਹੀਂ ਕਰਦੇ, ਖਤਮ ਕਰੋ ਇਸਨੂੰ। ਇਹ ਕੀ ਤਮਾਸ਼ਾ ਹੈ? ਤੁਸੀਂ ਇੰਨੇ ਟਾਈਮ ਹੋ ਗਿਆ, ਤੁਸੀਂ ਦੌਰ ਤੇ ਦੌਰ, ਤਾਰੀਖਾਂ ਤੇ ਤਾਰੀਖਾਂ, ਇਹ ਨਹੀਂ ਚਲੇਗਾ। ਅੱਜ ਸੁਪਰੀਮ ਕੋਰਟ ਨੇ ਇੱਕ ਇੰਡੀਕੇਸ਼ਨ ਤੱਕ ਕੀਤਾ ਹੈ, ਪਰ ਇਹਨਾਂ ਨੂੰ ਥੋੜ੍ਹੀ ਜਿਹੀ ਵੀ ਇਨਸਾਨੀਅਤ ਹੋਏਗੀ ਇਹ ਸਮਝ ਜਾਣਗੇ। ਔਰ ਬਿਲਕੁਲ ਇਹ ਜਿਸ ਤਰ੍ਹਾਂ ਦਾ ਨੈਰੇਟਿਵ ਚਲਾ ਰਹੇ ਨੇ ਖਾਲਿਸਤਾਨੀ ਨੇ, ਆਤੰਕਵਾਦੀ ਨੇ, ਫਿਰ ਪਿਛਲੇ ਦਰਵਾਜ਼ੇ ਜੋ ਵਿਗਿਆਨ ਭਵਨ ਮੀਟਿੰਗਾਂ ਕਰ ਰਹੇ ਨੇ, ਡਬਲ ਸਟੈਂਡਰਡ ਗੇਮ ਖੇਲ ਰਹੇ ਨੇ ਨਾ। ਇਹ ਸਾਰਾ ਵੋਟਾਂ ਦਾ ਧਰੁਵੀਕਰਨ ਹੈ। ਇਹਨੂੰ ਪਰਾਸਤ ਕਰਨ ਬਾਰੇ ਮੈਂ ਸਾਰਿਆਂ ਨੂੰ ਬੇਨਤੀ ਕਰਨ ਚਾਹੁੰਦਾ। ਮੈਂ ਤਾਂ ਮੇਰੇ ਤਰਫੋਂ ਇੱਕ ਨਵਾਂ ਪ੍ਰਪੋਜ਼ਲ ਦੇਣਾ ਚਾਹੁੰਦਾ ਕਿ ਅਸੀਂ ਗੌਤਮ ਅਡਾਨੀ ਦੇ ਪਿੱਛੇ ਕਿਉਂ ਭੱਜੀਏ? ਜ਼ਮੀਨਾਂ ਸਾਡੀਆਂ, ਫਸਲਾਂ ਸਾਡੀ, ਮਾਰਕੀਟ ਸਾਡਾ। ਮੈਂ ਕਹਿੰਦਾ ਇਸ ਦੇਸ਼ ਦੇ ਅੰਦਰ 50% ਕਿਸਾਨ ਨੇ। 138 ਕਰੋੜ ਦੀ ਆਬਾਦੀ ਹੈ। 69 ਕਰੋੜ ਬੰਦਾ 10-10 ਰੁਪਏ ਮਿਲਾਵੇ, ਕਿੰਨਾ ਵੱਡਾ ਬਜਟ ਹੋ ਜਾਏਗਾ। ਔਰ ਰਿਸ਼ੀ ਕ੍ਰਿਸ਼ੀ ਫਾਊਂਡੇਸ਼ਨ ਬਣਾਵੇ, ਨਾਲ ਦੁਨੀਆ ਨੂੰ ਖੁਸ਼ਹਾਲ ਬਣਾਵੇ, ਨਾਲ ਪਹਿਲੇ ਖੁਦ ਖੁਸ਼ਹਾਲ ਬਣੇ ਫਿਰ ਦੁਨੀਆ ਨੂੰ ਖੁਸ਼ਹਾਲ ਬਣਾਵੇ। ਇਹ ਕਹਿਣਾ ਚਾਹੁੰਦਾ। ਸੋ ਇੱਕ ਸਵਾਲ ਹੋਰ ਹੈ ਸਵਾਮੀ ਜੀ ਕਿ ਦੇਸ਼ ਦੇ ਜਿਹੜੇ ਜਵਾਨ ਨੇ ਤੇ ਦੇਸ਼ ਦੇ ਜਿਹੜੇ ਕਿਸਾਨ ਨੇ, ਜਿਹੜਾ ਜਵਾਨ ਹੈ ਉਹ ਸਰਹੱਦਾਂ ਤੇ ਬੈਠਾ ਹੈ, ਸਰਹੱਦਾਂ ਤੇ ਇਸ ਦੇਸ਼ ਦੀ ਰਾਖੀ ਕਰ ਰਿਹਾ ਹੈ,
ਪਰ ਹੁਣ ਉਹ ਜਵਾਨਾਂ ਦੇ ਵੀ ਜਿਹੜੇ ਆ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਕਿਸਾਨਾਂ ਦੇ ਹੱਕ 'ਚ। ਤੁਸੀਂ ਕਿਸਾਨਾਂ ਤੇ ਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਸ ਦੇਸ਼ ਦੇ? ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਜਵਾਨ ਹੈ, ਜਿਵੇਂ ਹੁਣ ਨਰਿੰਦਰ ਹੈ, ਇਹ ਪੰਤ ਪ੍ਰਧਾਨ ਨਰਿੰਦਰ ਦਾਮੋਦਰ ਦਾਸ ਮੋਦੀ। ਦਾਮੋਦਰ ਦਾਸ ਕੌਣ ਹੈ? ਉਹਦਾ ਪਿਓ ਹੈ। ਤਾਂ ਸਾਡੇ ਜਿਹੜੇ ਮਹਾਪੁਰਸ਼ ਸੇ ਲਾਲ ਬਹਾਦੁਰ ਸ਼ਾਸਤਰੀ, ਉਹਨਾਂ ਨੇ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ। ਤਾਂ ਜਵਾਨ ਪੁੱਤਰ ਹੈ, ਕਿਸਾਨ ਪਿਓ ਹੈ। ਇਹ ਦੋਨੋਂ ਅਗਰ ਮਿਲ ਜਾਣਗੇ ਪਿਓ ਪੁੱਤਰ, ਤਾਂ ਇਹ ਤਾਂ ਭੱਜ ਜਾਣੇ ਨੇ। ਇਹ ਤਾਂ ਸਾਰੇ ਐਮਪੀ ਵਾਲੇ ਇਹ ਤਾਂ ਮਾਰਕੀਟਿੰਗ ਦੇ ਬੰਦੇ ਨੇ, ਮੈਨੇਜਰ ਨੇ। ਇਹਨਾਂ ਨੂੰ ਕਿੱਥੇ ਪਤਾ ਕਿਸਾਨ ਕੀ ਹੁੰਦਾ। ਇਹ ਕੀ ਜਾਣਨ ਪੰਜਾਬ ਕੀ ਹੈ। ਇਹ ਤਾਂ ਦਿੱਲੀ ਆ ਕੇ ਬਹਿ ਗਏ ਗੁਜਰਾਤ ਤੋਂ ਚੱਲ ਕੇ। ਹੁਣ ਪੰਜਾਬ ਦਾ ਦਰਸ਼ਨ ਕਰਨਗੇ, ਅਸਲੀ ਭਾਰਤ ਹੁਣ ਦਿਖੇਗਾ ਇਹਨਾਂ ਨੂੰ। ਹੁਣ ਤੱਕ 6.5 ਸਾਲਾਂ ਜਿਨ੍ਹਾਂ ਨੇ ਜੋ ਲੋਕਾਂ ਨੂੰ ਦਬਾਇਆ, ਮੈਂ ਤਾਂ ਇਹ ਕਹਿੰਦਾ ਦੇਖੋ ਆਜ਼ਾਦੀ 47 ਚ ਆਈ, ਇਹ 2021 ਚੱਲ ਰਿਹਾ। 73 ਸਾਲਾਂ ਦੇ ਅੰਦਰ ਕਾਂਗਰਸ ਨੇ ਜੋ ਵੀ ਕੰਮ ਕੀਤੇ, ਉਹਦੇ ਪ੍ਰਤੀਸ਼ੋਧ ਦੇ ਬਦਲੇ ਲੋਕਾਂ ਨੇ ਉਹਨਾਂ ਨੂੰ ਸਾਈਡ ਕਰ ਦਿੱਤਾ। ਐਨੀ ਵੱਡੀ ਪਾਰਟੀ ਹੁੰਦੀ ਸੀ, ਉਹ ਗਿਣਤੀ ਦੇ ਉਹਨਾਂ ਦੇ ਉਹ ਐਮਪੀ ਰਹਿ ਗਏ। ਇਹਨਾਂ ਨੂੰ ਮੌਕਾ ਦਿੱਤਾ। ਇਹ 6.5 ਸਾਲ ਦੇ ਅੰਦਰ ਜਿਹੜਾ ਪ੍ਰਤੀਸ਼ੋਧ ਇਕੱਠਾ ਹੋਇਆ ਸੀ ਨਾ ਇਹਨਾਂ ਦੇ ਤਰਫੋਂ, ਇਹ ਜੋ ਵੀ ਕੰਮ ਕੀਤਾ ਇਹਨਾਂ ਨੇ, ਨੋਟਬੰਦੀ, ਲੜਕੜਾਂ ਦੀ GST, ਫਿਰ ट्रिपल तलाक, अयोध्या, 370, ਫਿਰ ਕਿਸਾਨ ਬਿੱਲ, ਇਹ ਸਾਰੀ ਨੋਟੰਕੀ ਤੇ ਲੋਕਾਂ ਦੇ ਅੰਦਰ ਬੜਾ ਗੁੱਸਾ ਹੈਗਾ। ਔਰ ਹੁਣ ਜਿਹੜਾ ਜਵਾਨ ਹੈ, ਜਵਾਨ ਵੀ ਸਮਝ ਰਿਹਾ ਹੈ ਕਿ ਸਾਡੇ 4 ਸਾਲ ਬੰਦੇ ਜੰਤਰ ਮੰਤਰ ਬੈਠੇ ਰਹੇ, 1 ਰੰਗ 1 ਪੈਨਸ਼ਨ ਹੈ। ਚੁਣਾव ਤੋਂ ਪਹਿਲੇ ਕਹਿੰਦਾ ਸੀ ਕਿ ਮੈਂ 100 ਦਿਨਾਂ ਦੇ ਅੰਦਰ ਇਹ ਸਭ ਕੰਮ ਕਰ ਦਿਆਂਗਾ। 4 ਸਾਲ ਬੈਠੇ, ਕੁਝ ਨਾ ਹੋਇਆ। ਔਰ ਹੁਣ ਕਿਸਾਨਾਂ ਨੂੰ ਇਹਨਾਂ ਦਿਨਾਂ ਤੋਂ ਲਾਰੇ ਲਾ ਰਿਹਾ, ਤਾਰੀਖਾਂ ਤੇ ਤਾਰੀਖਾਂ, ਔਰ ਸਾਹਮਣੇ ਨਹੀਂ ਆ ਰਿਹਾ। ਇੱਕ ਵੱਡੀ ਫੈਕਟਰੀ ਦਾ ਕੋਈ ਮਾਲਿਕ ਉਹਦੇ ਘਰ ਪਹੁੰਚ ਜਾਂਦਾ ਹੈ ਜਨਮ ਦਿਨ ਤੇ ਬੱਚਿਆਂ ਦੇ, ਲੇਕਿਨ ਐਨੇ ਕਿਸਾਨ ਮਰ ਗਏ, ਸਾਡੇ ਸੰਤ ਮਹਾਤਮਾ ਆਤਮ ਹੱਤਿਆ ਕਰ ਗਏ, ਉਹਦੇ ਕਾਨ ਤੇ ਜੂੰ ਨਹੀਂ ਰਹੇਗੀ। ਮਤਲਬ ਉਹ ਨਰਪਿਸ਼ਾਚ ਬੰਦਾ ਹੈ, ਉਹਦੇ ਅੰਦਰ ਮਾਮਾ ਸਭ ਪ੍ਰਵੇਸ਼ ਕਰ ਚੁੱਕਾ। ਮੈਂ ਤਾਂ ਪਹਿਲੇ ਕਹਿ ਰਿਹਾ, ਉਹਨੂੰ ਇਲਾਜ ਦੀ ਜ਼ਰੂਰਤ ਹੈ। ਸੋ ਖਾਲਸਾ ਏਡ ਜੋ ਹੈ, ਤੁਸੀਂ ਭਲੀ ਭਾਂਤ ਜਾਣਦੇ ਹੋਵੋਗੇ। ਖਾਲਸਾ ਏਡ ਦੇ ਬਾਰੇ ਵੀ ਕੁਝ ਪੋਲੀਟੀਕਲ ਬੰਦੇ ਤੇ ਕੁਝ ਹੋਰ ਵੀ ਸਿਆਸੀ ਬੰਦੇ ਨੇ ਜਿਹੜੇ ਉਹ ਮਾੜੇ ਜਿਹੜੀ ਸ਼ਬਦਾਵਲੀ ਖਾਲਸਾ ਏਡ ਬਾਰੇ ਵੀ ਬੋਲ ਰਹੇ। ਤੁਹਾਡਾ ਖਾਲਸਾ ਏਡ ਬਾਰੇ ਕੀ ਕਹਿਣਾ ਜੀ? ਦੇਖੋ, ਭਾਰਤੀ ਸੰਵਿਧਾਨ ਨੂੰ ਪੜ੍ਹੋ ਔਰ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ, ਲਗਭਗ ਇੱਕੋ ਜਿਹਾ ਚਰਿੱਤਰ ਦੋਹਾਂ ਦਾ ਨਜ਼ਰ ਆਉਂਦਾ ਹੈ। ਭਾਰਤੀ ਸੰਵਿਧਾਨ ਤੋਂ ਪਵਿੱਤਰ ਗ੍ਰੰਥ ਧਰਤੀ ਤੇ ਕੋਈ ਵੀ ਨਹੀਂ ਹੈ, ਔਰ ਗੁਰੂ ਗ੍ਰੰਥ ਸਾਹਿਬ ਤੋਂ ਉੱਚਾ ਆਧਿਆਤਮਿਕ ਗ੍ਰੰਥ ਪੂਰੀ ਧਰਤੀ ਤੇ ਕੋਈ ਨਹੀਂ ਹੈ। ਉਹਨਾਂ ਨੇ 10ਵੀਂ ਪਾਤਸ਼ਾਹੀ ਨੇ ਤਾਂ ਉਸ ਤੇ ਬ੍ਰੇਕ ਕਰ ਦਿੱਤਾ ਕਿ ਗੁਰੂ ਮਾਨਿਓ ਗ੍ਰੰਥ। ਉਹਨਾਂ ਨੇ ਵਹਿ ਕਿਹਾ ਕਿ ਦੇਖੋ ਇਹ ਮਹਾਪੁਰਸ਼ਾਂ ਦੀ ਜਿਹੜੀ ਬਾਣੀ ਹੈ, ਇਹ ਸਮਾਜ ਦੇ ਅੰਦਰ ਆਏਗੀ ਤਾਂ ਚੰਗੇ ਸਮਾਜ ਦਾ ਨਿਰਮਾਣ ਹੋਏਗਾ। ਇਹ ਉਹਨਾਂ ਦਾ ਸੁਪਨਾ ਸੀ। ਔਰ ਕਿੰਨਾ ਉਹਨਾਂ ਨੇ ਸਾਰਾ ਸੰਦੇਸ਼ ਪਵਿੱਤਰ ਦਿੱਤਾ ਕਿ ਪ੍ਰਕਿਰਤੀ ਨਾਲ ਪਿਆਰ ਕਰੋ, ਨਾਲ ਪੁਰਸ਼ਾਰਥ ਕਰੋ, ਔਰ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਣਾ, ਔਰ ਵੰਡ ਚੱਖੋ। ਦੁਨੀਆ ਤੇ ਕੋਈ ਭੁੱਖਾ ਨਹੀਂ ਰਹਿਣਾ ਚਾਹੀਦਾ। ਜਦ ਬੰਦੇ ਦਾ ਪੇਟ ਭਰਾ ਰਹੇਗਾ, ਉਹ ਦਿਮਾਗ ਨਾਲ ਸੋਚੇਗਾ, ਉਹਨੂੰ ਲੱਗੇਗਾ ਕਿ ਮੈਨੂੰ ਸਮਾਜ ਬਾਰੇ ਕੀ ਕਰਨਾ ਚਾਹੀਦਾ। ਭੁੱਖਾ ਬੰਦਾ ਕੀ ਸੋਚੇਗਾ ਵਿਚਾਰਾ, ਉਹਨੂੰ ਤਾਂ ਪਹਿਲੇ ਪੇਟ ਭਰਨਾ ਹੁੰਦਾ। ਤਾਂ ਇਹ ਜਿਹੜੀ ਪੰਜਾਬ ਦੀ ਕਲਚਰ ਹੈ, ਇਹ ਸਭ ਬਖਸ਼ਿਸ਼ ਗੁਰੂਆਂ ਦੀ ਹੈ। ਔਰ ਮੈਂ ਤਾਂ ਮੇਰੀ ਆਤਮਾ ਕਹਿੰਦੀ ਹੈ, ਮੈਂ ਤਾਂ ਕੱਲ ਪਰਸੋਂ ਮੈਡੀਟੇਸ਼ਨ ਕਰ ਰਿਹਾ ਸੀ ਵੱਲੇ। ਅੱਜ ਹਾस्य ਦਿਵਸ ਹੈ, ਅੱਜ ਤਾਂ ਮੇਰਾ ਦਿਨ ਹੈ। ਮੈਂ ਹੱਸੀ ਦੇ 64 ਰੰਗ ਜਿਹੜੇ ਹੈ ਇਜਾਦ ਕੀਤੇ ਦੁਨੀਆ ਮਾਰੇ, ਕਿ ਦੁਨੀਆ ਨੂੰ ਹੱਸਦਾ ਖੇਲਦਾ ਬਣਾਈ ਹੈ। ਇਹ ਲੜਾਈ ਝਗੜੇ ਬਹੁਤ ਹੋ ਗਏ। ਹਿੰਸਾ ਕਿਸੇ ਸਭ्य ਸਮਾਜ ਦੀ ਅਭਿਵਿਅਕਤੀ ਦਾ ਮਾਧਿਅਮ ਨਹੀਂ ਹੈ। ਇਹ ਹਿੰਸਕ ਪਸ਼ੂ ਬਣ ਰਹੇ ਹਨ। ਇਹ ਆਦਿ ਮਾਨਵ ਦੇ ਯੁੱਗ 'ਚ ਲੈ ਕੇ ਜਾ ਰਹੇ ਹਨ, ਜਦ ਕਿ ਅੱਜ ਬੱਚੇ ਦੁਨੀਆ ਡਰੋਨ ਤੇ ਉੱਡ ਰਹੇ ਹਨ। ਦੇਖੋ, ਮੈਂ ਤੁਹਾਡੇ ਦਰਸ਼ਕਾਂ ਨੂੰ 2 ਚੀਜ਼ਾਂ ਕਹਿਣਾ ਚਾਹੁੰਦਾ। ਜਾਪਾਨ ਦੇ ਅੰਦਰ 1945 ਹੀਰੋਸ਼ੀਮਾ ਨਾਗਾਸਾਕੀ 'ਚ ਬੰਬ ਗਿਰੇ ਸੀ। ਉਹਨਾਂ ਨੇ ਕੋਈ ਜਿੰਦਾਬਾਦ ਮੁਰਦਾਬਾਦ ਨਾ ਕੀਤਾ, ਆਤਮ ਚਿੰਤਨ ਕੀਤਾ ਗਲਤੀ ਕਿੱਥੇ ਹੋ ਰਹੀ ਹੈ। 1964 ਦੇ ਅੰਦਰ ਬੁਲਟ ਟ੍ਰੇਨ ਲਾਂਚ ਕੀਤੀ, 19 ਸਾਲ ਬਾਅਦ। ਅੱਜ ਤੱਕ 56 ਸਾਲਾਂ 'ਚ ਨੋ ਡਿਲੇ ਨੋ ਐਕਸੀਡੈਂਟ। ਇਹ ਹੁੰਦੀ ਹੈ ਪ੍ਰਸ਼ਿਕਸ਼ਣ ਦੀ ਤਾਕਤ। ਤੁਸੀਂ ਇਹ ਲੈਂਸ, ਛੋਟਾ ਜਿਹਾ ਮੋਬਾਈਲ ਦਾ ਲੈਂਸ ਲੈ ਕੇ ਖੜੇ ਹੋ, ਤੁਹਾਡੀ ਪਾਵਰ ਇੰਨੀ ਹੈ, ਕਨਾਡਾ ਤੁਸੀਂ 10 ਮਿੰਟ ਦੇ ਅੰਦਰ ਇਹ ਸੂਚਨਾ ਟੈਲੀਕਾਸਟ ਕਰਵਾ ਦੇਗੇ। ਤਾਂ ਇਹਦੀ ਪਾਵਰ ਕਿੰਨੀ ਹੈ। ਪਰ ਇਹਨੂੰ ਸਮਝਣਾ ਵੀ ਤਾਂ ਜ਼ਰੂਰੀ ਹੈ। ਡਿਜਿਟ ਕੀ ਹੈ ਇਹਦੇ ਅੰਦਰ। ਇਹਨੂੰ ਸੁੰਦਰ ਪਿਚਾਈ ਨੇ ਪਕੜਿਆ, ਪੜ੍ਹਾ, ਉਹ ਗੂਗਲ ਦਾ CEO ਬਣ ਗਿਆ। 5 ਕਰੋੜ ਰੁਪਏ ਉਹਦੀ ਤਨਖਾਹ ਹੈ ਡੇਲੀ, ਹਰ ਦਿਨ ਦੀ। 1800 ਕਰੋੜ ਸਾਲ ਦਾ ਕੰਮ ਹੈ। ਅਸੀਂ ਕਿਸਾਨਾਂ ਨੂੰ ਮਜ਼ਬੂਤ ਬਣਾਵਾਂਗੇ, ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਸੁੰਦਰ ਪਿਚਾਈ ਬਣਨਗੇ, ਬਿਲ ਗੇਟਸ ਬਣਨਗੇ, ਭਗਤ ਸਿੰਘ ਬਣਨਗੇ, ਦੁਨੀਆ ਦੇ ਅੰਦਰ ਖੁਸ਼ਹਾਲੀ ਵੰਡਣਗੇ। ਇਹੀ ਤਾਂ ਸੁਪਨਾ ਹੈਗਾ। ਇਹੀ ਤਾਂ ਰਾਮ ਰਾਜ। ਹੋਰ ਕਿਸ ਨੂੰ ਕਹਿੰਦੇ ਅਸੀਂ ਰਾਮ ਰਾਜ? ਇਹ ਭਗਵਾ ਕਰਦੇ ਨੇ। ਇਹ ਭਗਵਾ ਦੇ ਨਾਂ ਤੇ ਵੋਟਾਂ ਦਾ ਧਰੁਵੀਕਰਨ ਕਰ ਰਹੇ ਨੇ। ਇਹ ਭਗਵਾ ਜੋ ਹੈ ਸੂਰਜ ਦੀ ਕਿਰਨਾਂ ਨੇ, ਸੰਸਾਰ ਨੂੰ ਪ੍ਰਕਾਸ਼ਿਤ ਕਰਦਾ। ਇਹ ਹਰਾ ਕਲਰ ਹੈ, ਇਹ ਨੀਲਾ ਔਰ ਪੀਲਾ ਮਿਲ ਕੇ ਬਣਦਾ, ਆਈਸੋਲੇਟਡ ਹੈ। ਇਹ ਇਹਨਾਂ ਨੇ ਇਹ ਕੀ ਵੋਟਾਂ ਦਾ ਧਰੁਵੀਕਰਨ ਕਰਕੇ ਸਮਾਜ ਦੇ ਅੰਦਰ ਨਫ਼ਰਤ ਵੰਡ ਰਿਹਾ। ਉਹ ਹੁਣ ਜ਼ਮਾਨਾ ਬਦਲ ਗਿਆ। ਇੱਕ ਜ਼ਮਾਨਾ ਸੀ ਜਦ ਇਹ ਮੰਦਿਰ, ਮਸਜਿਦ, ਗਿਰਜਾ, ਗੁਰਦੁਆਰੇ ਮਾਨਵ ਸਭਿਅਤਾ ਹਮਾਰੇ ਬਣਾਏ ਗਏ ਸੀ। ਹੁਣ ਇਹ ਚੀਜ਼ਾਂ ਬਹੁਤ ਪਿੱਛੇ ਛੁੱਟ ਚੁੱਕੀਆਂ ਔਰ ਦੁਨੀਆ ਬਹੁਤ ਐਡਵਾਂਸ ਹੋ ਰਹੀ ਹੈ। ਸਾਰੀ ਦੁਨੀਆ ਹੁਣ ਗਲੋਬਲ ਵਿਲੇਜ 'ਚ ਤਬਦੀਲ ਹੋ ਚੁੱਕੀ ਹੈ। ਮੈਂ ਇਹ ਕਹਿਣਾ ਚਾਹੁੰਦਾ, ਅਗਰ ਅਸੀਂ ਅਪਡੇਟ ਹੋਵਾਂਗੇ, ਮਾਈਂਡ ਨੂੰ ਅਪਡੇਟ ਕਰਾਂਗੇ,
ਸਾਰੀ ਦੁਨੀਆ ਬਾਹਰ ਦੇ ਰਿਹਾ ਹੈ ਕਿ ਸਾਡੇ ਕੋਲ ਸਕੂਲ ਨਹੀਂ ਚੱਲ ਰਿਹਾ, ਤੁਸੀਂ ਚਲਾਓ। ਤਾਂ ਤੁਸੀਂ ਕੀ ਕਰੋਗੇ ਫਿਰ? ਭਾਸ਼ਣਬਾਜ਼ੀ ਕਰੋਗੇ। ਸਰਕਾਰ ਦਾ ਦਾਇਿਤਵ ਕੀ ਹੁੰਦਾ ਹੈ? ਸਿੱਖਿਆ ਦੇ ਮੰਦਿਰ ਹੱਥੇ 'ਚ ਰੱਖਣਾ, ਨਾਲ ਉਹਨਾਂ ਦਾ ਭਵਿੱਖ ਬਣਾਉਣਾ ਬੱਚਿਆਂ ਦਾ। ਇਹ ਤਾਂ ਸਰਕਾਰ ਦਾ ਕੰਮ ਹੁੰਦਾ। ਸਰਕਾਰ ਇਹਨਾਂ ਟੈਕਸ ਲੈਂਦੀ ਹੈ, ਬੇਸਿਕ ਚੀਜ਼ਾਂ ਬਿਜਲੀ, ਸੜਕ, ਪਾਣੀ, ਚਿਕਿਤਸਾ, ਸਿੱਖਿਆ ਇਹ ਸਮਾਜ ਨੂੰ ਡਿਲੀਵਰ ਕਰਨਾ ਹੁੰਦੀ ਹੈ ਨਾ। ਇਹ ਕਿੱਥੇ ਕਰ ਰਹੇ ਨੇ ਦੱਸੋ ਆਪ? ਇਹਨਾਂ ਨੇ ਕਿਹਾ ਕਿ ਮੈਂ ਕਾਲਾ ਧਨ ਵਾਪਸ ਲਿਆਉਂਗਾ, ਹੈ ਨਾ, ਨੋਟਬੰਦੀ 'ਚ 1 ਰੁਪਇਆ ਆਇਆ। ਇਹਨਾਂ ਦੱਸਿਆ ਕਿ ਕਿਹੜੀ ਜਗ੍ਹਾ 'ਤੇ ਪਿਆ। ਹਵਾਈ ਗੱਲ ਕਰਦੇ ਨੇ। ਫਿਰ ਇਹਨਾਂ ਨੇ GST ਲੜਖਣਾ ਦੀ ਕਿੰਨੀ ਵਾਰ ਸੰਸ਼ੋਧਨ ਪਾਏ ਇਹਨਾਂ ਨੇ। ਫਿਰ ਇਹ 370 ਲੈ ਕੇ ਆ ਗਏ। ਮੈਂ ਕਹਿੰਦਾ ਅੱਜ ਗੁਜਰਾਤ ਦੇ ਅੰਦਰ ਤੁਸੀਂ ਖੇੜੂ ਦਾ ਮਤਲਬ ਕਿਸਾਨ ਹੁੰਦਾ ਹੈ, 1 ਇੰਚ ਜ਼ਮੀਨ ਨਹੀਂ ਖਰੀਦ ਸਕਦੇ ਗੁਜਰਾਤ ਦੇ ਅੰਦਰ। ਪਹਿਲੇ 370 ਗੁਜਰਾਤ ਤੋਂ ਹਟਾ, ਤੂੰ ਗੁਜਰਾਤ ਤੋਂ ਆਂਦਾ ਹੈ। ਤਾਂ ਇਹਨੇ 2002 'ਚ ਕੀ ਕੀਤਾ? ਉੱਤੇ ਹਜ਼ਾਰਾਂ ਬੇਗੁਨਾਹ ਲੋਕਾਂ ਨੂੰ ਮੌਤ ਦੀ ਨਿੰਦਰ ਸੁਲਾਇਆ। ਮੈਨੂੰ ਤਾਂ ਸ਼ਰਮ ਆਉਂਦੀ ਹੈ। ਇਹ ਡੈਮੋਕ੍ਰੇਸੀ ਦਾ ਮਜ਼ਾਕ ਬਣਾ ਰਹੇ ਨੇ। ਇਹ ਡੈਮੋਕ੍ਰੇਸੀ ਥੋੜੀ ਵੀਰ ਜੀ। ਇਹ ਤਾਂ ਹੁਣ ਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਉਹ ਚਾਹੁੰਦੇ ਨੇ ਇਹਨੇ ਹਜ਼ਾਰਾਂ ਲੋਕਾਂ ਨੇ ਬਲੀਦਾਨ ਦਿੱਤਾ, ਹੁਣ ਭਾਰਤ ਦੇ ਅੰਦਰ ਸੱਚਾ ਲੋਕਤੰਤਰ ਆਵੇ। ਤਾਂ ਇਹ ਕਿਸਾਨ ਤਾਂ ਇੱਕ ਬਹਾਨਾ ਹੈ, ਸਮਝ ਰਹੇ ਹੋ? ਕਿਉਂਕਿ ਕਿਸਾਨ ਤੋਂ ਜ਼ਿਆਦਾ ਪਵਿੱਤਰ ਇਸ ਧਰਤੀ ਤੇ ਕੋਈ ਜੀਵ ਨਹੀਂ ਹੈ। ਜਿਤਨੀ ਪਵਿੱਤਰਤਾ ਨਾਲ ਕਿਸਾਨ ਪੈਦਾ ਕਰਦਾ ਫਸਲਾਂ, ਕਿਸੇ ਕੰਮ ਦੇ ਅੰਦਰ ਵੀ ਇਤਨੀ ਇਮਾਨਦਾਰੀ ਨਹੀਂ ਹੈ, ਇਤਨੀ ਪਵਿੱਤਰਤਾ ਨਹੀਂ ਹੈ ਔਰ ਇਤਨੀ ਸੇਵਾ ਨਹੀਂ ਹੈ। ਤਾਂ ਪ੍ਰਕਿਰਤੀ ਹੁਣ ਚਾਹੁੰਦੀ ਹੈ ਕਿ ਕਿਸਾਨ ਨੂੰ ਹੱਕ ਮਿਲੇ, ਨਾਲ ਭਾਰਤ ਦੇ ਅੰਦਰ ਸੱਚਾ ਲੋਕਤੰਤਰ ਵੀ ਸਥਾਪਿਤ ਹੋਵੇ, ਤਾਂ ਕਿ ਜੋ ਉਹਨਾਂ ਦਾ 299 ਮਹਾਂਪੁਰਸ਼ਾਂ ਦਾ ਭਾਰਤੀ ਸੰਵਿਧਾਨ ਬਣਾਉਣ ਵਿੱਚ ਯੋਗਦਾਨ ਸੀ, ਉਹ ਜ਼ਮੀਨ ਦੇ ਅੰਦਰ ਉਤਰ ਸਕੇ। ਇਹ ਭਾਵਨਾ ਹੈ। ਸੋ ਇਸ ਅੰਦੋਲਨ ਦੇ ਵਿੱਚ ਜਿਹੜਾ ਕਿਸਾਨੀ ਤੋਂ ਸ਼ੁਰੂ ਹੋਇਆ ਸੀ, ਤੇ ਅੱਜ ਪੂਰੇ ਭਾਰਤ ਦੇਸ਼ ਦੇ ਹਰ ਇੱਕ ਕੋਨੇ ਤੋਂ ਕਿਸਾਨ ਜਿਹੜਾ ਹਰ ਇੱਕ ਸਟੇਟ ਤੋਂ ਇੱਥੇ ਆ ਰਿਹਾ ਹੈ। ਸੋ ਇਸ ਅੰਦੋਲਨ ਦੇ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਭਾਈਚਾਰੇ ਇਕੱਠੇ ਨੇ। ਜਿੱਥੇ ਮੁਸਲਮਾਨ ਨਮਾਜ਼ ਪੜ੍ਹ ਰਿਹਾ, ਹਿੰਦੂ ਵੀਰ ਪੂਜਾ ਕਰ ਰਿਹਾ, ਸਿੱਖ ਹੈ ਜਿਹੜਾ ਆਪਣੀ ਬਾਣੀ ਪੜ੍ਹ ਰਿਹਾ, ਈਸਾਈ ਜਿਹੜਾ ਉਹ ਆਪਣੀ ਇਬਾਦਤ ਕਰ ਰਿਹਾ। ਸੋ ਕੀ ਇਸੀ ਫਲਸਫੇ ਤੇ ਹਿੰਦੁਸਤਾਨ ਹੈ ਜਿਹੜਾ ਭਾਰਤ ਦੇਸ਼ ਹੈ, ਉਹਨੂੰ ਐਦਾਂ ਦਾ ਹੀ ਨਹੀਂ ਬਣ ਜਾਣਾ ਚਾਹੀਦਾ? ਦੇਖੋ, ਇਹ ਤੁਸੀਂ ਸਮਝੋ, ਇਹ ਤੁਹਾਡੇ ਤਰਫੋਂ ਪ੍ਰਸ਼ਨ ਕਰਨਾ ਗਲਤ ਹੈ। ਇਹ ਉਹ ਅਗਰ ਗੋਦੀ ਮੀਡੀਆ ਕਰੇ ਤਾਂ ਠੀਕ ਹੈ, ਉਹ ਕਿਉਂ ਸਮਾਜ ਨੂੰ ਵੰਡਦੇ ਨੇ, ਉਹ ਨੈਰੇਟਿਵ ਗਵਰਨਮੈਂਟ ਦਾ ਚਲਾਉਂਦੇ ਨੇ। ਮੇਰਾ ਇਹ ਕਹਿਣਾ ਹੈ, ਹੁਣ ਦੁਨੀਆ ਗਲੋਬਲ ਵਿਲੇਜ ਹੈ। ਇਹ ਡਾਈਵਰਸਿਟੀ ਯੂਨਿਟੀ, ਇਹ ਪ੍ਰਕਿਰਤੀ ਦਾ ਸਿਧਾਂਤ ਹੈ। ਜੰਗਲ ਵਿੱਚ ਵੇਖੋ, ਮੈਂ ਜੰਗਲਾਂ ਦੇ ਅੰਦਰ 2-2 ਦਿਨ ਬੈਠਿਆ, 2-3 ਰਾਤ ਬੈਠਿਆ। ਉਹਨਾਂ ਜਾਨਵਰਾਂ ਨੂੰ ਵੇਖਦਾ ਸੀ। 10 ਤੋਂ 2 ਵਜੇ ਤੱਕ ਸ਼ੇਰ ਵੀ ਆਏਗਾ, ਨਾਲ ਹਿਰਨ ਵੀ ਆਏਗਾ। ਉਸੇ ਨਾਲੇ ਤੇ ਉਹਨਾਂ 'ਚ ਕੋਈ ਫਾਈਟ ਨਹੀਂ ਹੋਏਗੀ। ਫਾਈਟ ਦਿਨ ਨੂੰ ਹੋਏਗੀ, ਰਾਤ ਨੂੰ 10 ਵਜੇ ਬਾਅਦ ਉਹ ਫਾਈਟ ਨਹੀਂ, ਉਹਨੂੰ ਮਾਰੇਗਾ ਨਹੀਂ। ਇਹ ਕਿੰਨਾ ਪ੍ਰਕਿਰਤੀ ਦਾ ਅਨੁਸ਼ਾਸਨ ਹੈਗਾ, ਡਾਈਵਰਸਿਟੀ ਯੂਨਿਟੀ। ਅਸੀਂ ਉਹਨਾਂ ਪਸ਼ੂ ਪਕਸ਼ੀਆਂ ਕੋਲ ਸਿੱਖ ਕੇ ਵੀ ਇਨਸਾਨ ਬਣ ਸਕਦੇ ਹਾਂ। ਇਹ ਤਾਂ ਮੌਬ ਲੀਚਿੰਗ ਕਰਾ ਰਹੇ ਨੇ। ਦਿੱਲੀ ਦੀ ਦੇਸ਼ ਦੇ ਦਿਲ ਦੇ ਅੰਦਰ ਮੌਬ ਲੀਚਿੰਗ ਕਰਾਈ 2020 ਚ ਇਹਨਾਂ ਨੇ। ਮੈਨੂੰ ਤਾਂ ਬੜੀ ਸ਼ਰਮ ਆਈ। ਔਰ ਇਹ ਲੋਕਤੰਤਰ ਦਾ ਮਜ਼ਾਕ ਬਣਾ ਰਹੇ ਨੇ। ਨਾਲ ਸਾਨੂੰ ਇਹ ਵਿਚਾਰ, ਹੁਣ ਦੇਖੋ, ਇੱਕ ਜ਼ਮਾਨਾ ਸੀ ਵੀਰ ਜੀ, ਅਸੀਂ ਗਲਤੀ ਕਰਦੇ ਸੀ, ਨੈਸ਼ਨਲ ਮੀਡੀਆ ਉਸ ਨੂੰ ਠੀਕ ਕਰਦਾ ਸੀ। ਹੁਣ ਨੈਸ਼ਨਲ ਮੀਡੀਆ ਭਾਰੀ ਗਲਤੀ ਕਰ ਰਿਹਾ ਹੈ, ਤਾਂ ਹੁਣ ਇਸ ਟਾਈਮ ਸੋਸ਼ਲ ਮੀਡੀਆ ਦੀ ਡਿਊਟੀ ਹੈ ਉਹਨੂੰ ਠੀਕ ਕਰਕੇ ਔਰ ਇਹ ਦੱਸੇ। ਇਹਨਾਂ ਚੀਜ਼ਾਂ ਦੀ ਹੁਣ ਜ਼ਰੂਰਤ ਨਹੀਂ ਹੈ। ਇਹ ਹਿੰਦੂ, ਮੁਸਲਿਮ, ਸਿੱਖ, ਈਸਾਈ ਨਾ, ਇਹ ਗੱਲਾਂ ਹੁਣ ਬਹੁਤ ਪਿੱਛੇ ਛੁੱਟ ਚੁੱਕੀਆਂ। ਹੁਣ ਤਾਂ ਇਨਸਾਨੀਅਤ ਦੀ ਅਸੀਂ ਗੱਲ ਕਰੀਏ ਕਿ ਦੇਖੋ ਕਿੰਨੀ ਖੂਬਸੂਰਤੀ ਆ। ਇਹ ਤਾਂ ਸਾਰੇ ਰੰਗ ਨੇ ਪ੍ਰਕਿਰਤੀ ਦੇ, ਜੋ ਰੰਗ ਪ੍ਰਕਿਰਤੀ ਬਣਾਏ। ਦੇਖੋ, ਉਹ ਬਾਰਿਸ਼ ਪਾਉਂਦੀ, ਗਰਮੀ ਪਾਉਂਦੀ, ਸਰਦੀ ਪਾਉਂਦੀ, ਤਾਂ ਸਾਡੀ ਕਣਕਾਂ ਤਪਦੀਆਂ ਔਰ ਤਾਂ ਉਹਦੇ ਅੰਦਰ ਉਹ ਊਰਜਾ ਪੈਦਾ ਹੁੰਦੀ ਜਿਹੜੀ ਅਸੀਂ ਖਾ ਕੇ ਆਪਣੇ ਸਰੀਰ ਨੂੰ ਚਲਾਉਂਦੇ ਆ। ਇਹ ਪ੍ਰਕਿਰਤੀ ਦਾ ਜਿਹੜਾ ਦਰਸ਼ਨ ਹੈ, ਇਹਨੂੰ ਅਗਰ ਤੁਸੀਂ ਦੇਖੋ ਤੁਹਾਨੂੰ ਸਮਝ ਆ ਜਾਏਗਾ ਕਿਤਨੀ ਡਾਈਵਰਸਿਟੀ ਉਹਦੇ ਅੰਦਰ ਹੈ। ਅਗਰ ਸਾਰੇ ਅਸੀਂ ਭਗਮਾ ਹੋ ਜਾਏਗੀ ਤਾਂ ਪਾਗਲ ਹੋ ਜਾਏਗਾ ਬੰਦਾ। ਅਗਰ ਸੂਰਜ ਐ ਰੂਪ ਵਿੱਚ ਖੜਾ ਰਹਿ ਜਾਵੇ, ਬੜੀ ਗਰਮੀ 'ਚ ਖੜਾ ਨਹੀਂ ਰਹਿ ਸਕੇਗਾ ਬੰਦਾ। ਹੁਣ ਸਰਦੀ 'ਚ ਕਿਤਨਾ ਚੰਗਾ ਲੱਗ ਰਿਹਾ, ਐ ਗਰਮੀ ਹੋਏਗੀ ਤਾਂ ਫਿਰ ਕੀ ਹੋਏਗਾ, ਹੈ ਨਾ। ਮੇਰਾ ਕਹਿਣਾ ਹੈ ਪ੍ਰਕਿਰਤੀ ਪਰਿਵਰਤਨਸ਼ੀਲ ਹੈ, ਸਾਰੀ ਚੀਜ਼ਾਂ ਬਦਲ ਰਹੀਆਂ। ਇੱਕ ਜ਼ਮਾਨਾ ਸੀ ਅਸੀਂ ਬੈਲਗਾੜੀ ਤੇ ਚੱਲਦੇ ਸੀ, ਫਿਰ ਸਾਈਕਲ आई, मोटरसाइकिल आई, फिर 4 व्हीलर आया, फिर ट्रेन आई, फिर प्लेन आया, फिर ड्रोन आ गया। ਇੱਥੇ ਰੁਕ ਥੋੜੀ ਜਾਏਗਾ ਬੰਦਾ, ਹੁਣ ਹੋਰ ਐਡਵਾਂਸ ਹੋਏਗਾ। ਇਹ ਜਿਹੜਾ ਵਿਗਿਆਨ ਹੈ ਵੀਰ ਜੀ, ਇਹ ਜੀਵਨ ਨੂੰ ਬਹੁਤ ਸਰਲ ਬਣਾ ਸਕਦਾ ਹੈ, ਲੇਕਿਨ ਇਹਨਾਂ ਦੀ ਸੋਚ ਸਾਫ਼ ਸੁਥਰੀ ਹੋਵੇ, ਕਲੀਅਰਿਟੀ ਹੋਵੇ ਨਾ ਮਾਈਂਡ ਵਿੱਚ, ਤਾਂ ਹੋ ਸਕਦਾ ਹੈ। ਇਹ 2019 ਦੇ ਅੰਦਰ ਇਸ ਲਈ ਬੰਦੇ ਨੇ ਡਿਜੀਟਲ ਤਕਨੀਕ ਦਾ ਇਸਤੇਮਾਲ ਕੀਤਾ ਹੈ, ਖੁਦ ਨੇ ਸਾਰੀ ਜਗ੍ਹਾ ਤੇ ਫੋਟੋ ਲੈ ਕੇ ਖੜਾ ਹੋ ਗਿਆ। ਇਹਨੂੰ ਇਵੈਂਟ ਦਾ ਬੜਾ ਸ਼ੌਂਕ ਹੈਗਾ। 39 ਦਿਨਾਂ ਤੱਕ ਚੁਣਾਵ ਹੋਏ। ਮੈਂ ਕਹਿੰਦਾ ਅਗਰ ਸੁੰਦਰ ਪਿਚਾਈ ਨੂੰ ਕਹਿ ਦਿਓ, ਜਿਹੜਾ ਗੂਗਲ ਦਾ CEO ਹੈ, ਕਿ ਸਾਨੇ ਇਹ ਜਿਹਾ ਸਾਫਟਵੇਅਰ ਬਣਾ ਕੇ ਦੇ ਕਿ ਅਸੀਂ 10 ਮਿੰਟ ਦੇ ਅੰਦਰ ਭਾਰਤ ਦੇ ਚੁਣਾਵ ਕਰਾ ਲਈਏ, ਗਾਰੰਟੀ ਕਰਦਾ ਉਹ 9 ਮਿੰਟ ਦਾ ਸਾਫਟਵੇਅਰ ਬਣਾ ਦੇਗਾ। 9 ਮਿੰਟ ਦੇ ਅੰਦਰ ਸਾਰੇ ਚੁਣਾਵ ਹੋ ਜਾਣਗੇ, 9 ਮਿੰਟ ਦੇ ਅੰਦਰ ਪੂਰੇ ਇੰਡੀਆ 'ਚ। ਤਾਂ ਦੱਸੋ ਕਿੰਨਾ ਪੈਸਾ ਬਚੇਗਾ ਔਰ ਸਾਰੀ ਹਿੰਸਾ ਮਾਰਕਾਟ ਰੁਕ ਜਾਏਗੀ, ਨਾਲ ਕਿੰਨਾ ਸੋਹਣਾ ਲੋਕਤੰਤਰ ਹੋ ਜਾਏਗਾ। ਦੁਨੀਆ 'ਚ ਕਿਤੇ ਵੀ ਇਹ ਹਿਸਾਬ ਨਹੀਂ ਹੈ। ਅਗਰ ਭਾਰਤ ਦੇ ਅੰਦਰ ਮੋਬਾਈਲ ਤੇ ਵੋਟ ਆਉਂਦਾ, ਮੈਂ ਮੋਬਾਈਲ ਤੇ ਪੇਟੀਐਮ ਯੂਜ਼ ਕਰਦਾ, ਓਲਾ ਉਬਰ ਯੂਜ਼ ਕਰਦਾ, ਨਾਲ ਭੀਮ, UPI ਵਗੈਰਾ ਵਗੈਰਾ ਸਾਰੇ ਜਿਹੜੇ ਜਿਤਨੇ ਪਲੇਟਫਾਰਮ ਨੇ ਡਿਜੀਟਲ ਮੀਡੀਆ ਦੇ ਸਾਰੇ ਯੂਜ਼ ਕਰਦਾ। ਮੈਂ ਆਪਣਾ ਕਾਰਡ ਵੀ ਨਹੀਂ ਛਪਵਾਇਆ। ਤੁਸੀਂ ਗੂਗਲ ਤੇ ਜਾ ਕੇ ਮੇਰਾ ਨਾਮ ਪਾਓ ਸਵਾਮੀ ਹਰਸ਼ਾਨੰਦ, ਤੁਹਾਨੂੰ ਪਤਾ ਚੱਲ ਜਾਏਗਾ।
ਤਾਂ ਅਸੀਂ ਮਤ ਦਾ ਦਾਨ ਕਿਉਂ ਨਹੀਂ ਕਰ ਸਕਦੇ ਵੀਰ ਜੀ? ਜਦ ਮੈਂ ਪੈਸੇ ਮੇਰੇ ਟ੍ਰਾਂਸਫਰ ਕਰ ਸਕਦਾ, ਉਹ ਤਾਂ ਬਹੁਤ ਕੀਮਤੀ, ਮੈਂ ਬਹੁਤ ਮਿਹਨਤ ਨਾਲ ਕਮਾਏ, ਉਹ ਪੈਸੇ ਟ੍ਰਾਂਸਫਰ ਕਰ ਸਕਦਾ, ਮਤ ਦਾ ਤਾਂ ਮੈਂ ਦਾਨ ਕਰ ਰਿਹਾ, ਕਿਉਂ ਨਹੀਂ ਕਰ ਸਕਦਾ? ਅਗਰ ਮੋਬਾਈਲ ਤੋਂ VOTING ਆ ਜਾਵੇ, ਇਹ EVM ਤਾਂ ਛੱਡੋ, ਪੁਰਾਣੇ ਜ਼ਮਾਨੇ ਦੀ ਚੀਜ਼ਾਂ, ਨਾਲ ਨੋਟਾ ਪ੍ਰਤਿਆਸ਼ੀ ਦਾ ਦਰਜਾ ਪਾ ਜਾਵੇ, ਨੋਟਾ ਤੋਂ ਹਾਰਾ ਬੰਦਾ ਸਿਸਟਮ ਤੋਂ ਬਾਹਰ, ਫਿਰ ਚੁਣਾਵ ਨਹੀਂ ਲੜ ਸਕੇਗਾ। ਮੈਂ ਕਹਿੰਦਾ 5 ਸਾਲਾਂ ਦੇ ਅੰਦਰ ਇਹ ਯੁਵਾ ਭਾਰਤ ਦੁਨੀਆ ਨੂੰ ਖੂਬਸੂਰਤ ਬਣਾ ਸਕਦਾ ਹੈ। ਲੇਕਿਨ ਇਹ ਜਿਹੜੇ ਬੰਦੇ ਬੈਠੇ ਨਾ, ਇਹ ਨਰਿੰਦਰ ਜੇ ਮਾਨਸਿਕ ਬਿਮਾਰ, ਇਹਨਾਂ ਨੂੰ ਇਲਾਜ ਦੀ ਜ਼ਰੂਰਤ ਹੈ। ਲੋਕਾਂ ਨੇ ਤਾਂ ਇਹਨਾਂ ਤੇ ਬੜਾ ਵਿਸ਼ਵਾਸ ਕੀਤਾ ਸੀ, ਕਿਤਨੇ ਚੰਗੇ ਨਾਰੇ ਇਹਨਾਂ ਦੇ ਸੀ, ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਕਿੱਥੇ ਖੋ ਗਿਆ? ਸਾਰੀ ਚੀਜ਼ਾਂ ਇਹਨਾਂ ਨੇ ਕਿਤਨਾ ਸਮਾਜ ਨਾਲ ਧੋਖਾ ਕੀਤਾ ਹੈ। ਮਤਲਬ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ, ਬਿਲਕੁਲ ਸਾਫ਼-ਸਾਫ਼, ਦੋ ਬੰਦੇ ਤੁਹਾਡੇ ਸਾਹਮਣੇ ਨੇ, ਅਮਿਤਾਭ ਬੱਚਨ, ਅਰੁਣਾ ਰਾਏ, ਦੋ ਇਨਸਾਨ ਤੁਹਾਡੇ ਸਾਹਮਣੇ ਨੇ, ਅਮਿਤਾਭ ਬੱਚਨ, ਅਰੁਣਾ ਰਾਏ। ਉਹ ਇੱਕ ਰੀਅਲ ਲਾਈਫ ਦਾ ਆਦਮੀ ਹੈ, ਉਹ ਮਦਾਰੀ ਦੀ ਝੰਗ ਤੇ ਨੱਚਦਾ, ਅਮਿਤਾਭ ਬੱਚਨ, ਮਤਲਬ ਉਹਨੂੰ ਕੈਮਰੇ ਵਾਲਾ ਨਚਾਉਂਦਾ, ਉਹ ਪੈਸੇ ਲੈ ਕੇ ਨੱਚਦਾ, ਰਾਈਟ? ਅਰੁਣਾ ਰਾਏ ਸਾਨੂੰ ਸੂਚਨਾ ਦਾ ਅਧਿਕਾਰ ਦਿੱਤਾ 2005 ਦੇ ਅੰਦਰ। ਉਹ 68 ਬੈਚ ਦੀ IAS ਸੀ, ਨੌਕਰੀ ਛੱਡ ਕੇ ਸੰਗਠਨ ਬਣਾਇਆ ਉਸਨੇ, ਕਿਸਾਨ ਮਜ਼ਦੂਰ ਸ਼ਕਤੀ ਸੰਗਠਨ, 30 ਸਾਲ ਮਿਹਨਤ ਕੀਤੀ ਔਰ ਸਾਨੂੰ ਦੇਸ਼ ਦਾ ਮਾਲਿਕ ਬਣਾਇਆ, ਲੋਕਤੰਤਰ ਦਾ ਰਾਜਾ ਬਣਾਇਆ ਕਿ ਤੁਸੀਂ 10 ਰੁਪਏ ਦਾ ਪੋਸਟਲ ਕਾਰਡ ਲੈ ਕੇ ਕਿੱਥੇ ਭੇਜੋ, ਤੁਹਾਨੂੰ ਜਵਾਬ ਮਿਲੇਗਾ, ਘਰ ਆਏਗਾ ਤੁਹਾਡੇ। ਤੁਸੀਂ ਉੱਤੇ ਨਹੀਂ ਜਾਣਾ ਨਾ ਸਦਨ ਦੇ ਅੰਦਰ, ਵਿਧਾਨ ਸਭਾ ਨਾ ਲੋਕ ਸਭਾ ਦੇ ਅੰਦਰ, ਤੁਸੀਂ 10 ਰੁਪਏ ਦਾ ਪੋਸਟਲ ਆਰਡਰ ਬਣਾਓ, ਤੁਹਾਡੇ ਘਰ ਜਵਾਬ ਆਏਗਾ 30 ਦਿਨਾਂ ਦੇ ਅੰਦਰ। ਸਾਨੂੰ ਮਾਲਿਕ ਬਣਾਇਆ ਉਸਨੇ ਲੋਕਤੰਤਰ ਦਾ। ਤਾਂ ਮੈਂ ਅਗਰ ਮੇਰੇ ਸਾਹਮਣੇ ਦੋਨੋਂ ਖੜੇ ਹੋਣਗੇ, ਦੋਨੋਂ ਅਮਿਤਾਭ ਬੱਚਨ ਔਰ ਅਰੁਣਾ ਰਾਏ, ਮੈਂ ਅਮਿਤਾਭ ਬੱਚਨ ਨੂੰ ਵੇਖਾਂਗਾ ਵੀ ਨਹੀਂ, ਉਸ ਮਦਾਰੀ ਨੂੰ ਕੀ ਵੇਖਣਾ? ਮੈਂ ਅਰੁਣਾ ਰਾਏ ਦੇ ਪੈਰ ਜਾ ਕੇ ਛੂਆਂਗਾ, ਕਿਉਂ? ਮੈਂ ਇੱਕ ਸਾਧੂ ਹਾਂ। ਉਸ ਤੋਂ ਬਾਅਦ ਵੀ ਮੈਂ ਉਹਦੇ ਪੈਰ ਛੂਆਂਗਾ, ਕਿਉਂ? ਕਿ ਉਸਨੇ ਇਸ ਦੇਸ਼ ਦੇ ਹਰ ਨਾਗਰਿਕ ਨੂੰ ਜਵਾਬਦਾਰ ਨਾਗਰਿਕ ਬਣਾਇਆ, ਦੇਸ਼ ਦਾ ਜ਼ਿੰਮੇਦਾਰ ਨਾਗਰਿਕ ਬਣਾਇਆ। ਉਹ ਐਕਚੁਅਲ ਹੀਰੋ ਹੈ ਸਮਾਜ ਦੀ, ਲੇਕਿਨ ਲੋਕਾਂ ਨੂੰ ਪਤਾ ਹੀ ਨਹੀਂ ਅਰੁਣਾ ਰਾਏ ਕੌਣ ਹੈ। ਪ੍ਰੋਬਲਮ ਇਹ ਹੈ। ਅਗਰ ਸਾਨੂੰ ਸੱਚਾ ਪਤਾ ਲੱਗ ਜਾਵੇ ਸੱਚ ਕੀ ਹੈ ਝੂਠ ਕੀ ਹੈ, ਇਹ ਤਾਂ ਗਿਰਗਿਟ ਤੋਂ ਜ਼ਿਆਦਾ ਤੇਜ਼ ਰੰਗ ਬਦਲਦਾ ਹੈ, ਆਰਟਿਸਟ ਹੈਗਾ ਨਰਿੰਦਰ, ਇਹ ਕਿੱਥੋਂ ਰਾਜਨੇਤਾ ਹੈ? ਰਾਜਨੇਤਾ ਦਾ ਕੋਈ ਲੱਛਣ ਤੁਹਾਨੂੰ ਨਜ਼ਰ ਆਉਂਦਾ? 66 ਅਰਬ ਰੁਪਏ ਨੇ ਆਪਣੇ ਯੂਨੀਫਾਰਮ ਤੇ ਖਰਚ ਕੀਤੇ, 66 ਅਰਬ ਰੁਪਏ। ਅਰੇ ਉਹ ਨਕਲੀ ਸਰਦਾਰ ਬਣਿਆ 25 ਜੂਨ 75 ਨੂੰ ਇਮਰਜੈਂਸੀ ਕੱਚ ਦੇ ਅੰਦਰ ਰਿਹਾ, ਉਸ ਕੱਚ ਦੇ ਅੰਦਰ ਜੋ ਸਰਦਾਰਾਂ ਲੋਕਾਂ ਨਾਲ ਮਿਲਿਆ ਹੈ, ਫਿਰ ਇੱਥੇ ਗੁਰਦੁਆਰੇ ਚ ਆਏ, ਇਹ ਸਭ ਨੌਟੰਕੀ ਕਰਨ 'ਚ ਬੜਾ ਤੇਜ਼ ਆਏਗਾ। ਓਕੇ, ਇਹ ਨਹੀਂ ਉਹ ਸੋਚਦਾ ਹੈ ਕਿ ਸਾਰੇ ਮੂਰਖ ਨੇ, ਇਹਨਾਂ ਸਾਰਿਆਂ ਨੂੰ ਪੈਸੇ ਦੇ ਬਲ ਤੇ ਮੈਂ ਮੂਰਖ ਬਣਾ ਸਕਦਾ। TV ਵਾਲੇ ਮੇਰੇ, ਬਟ TV ਵਾਲੇ ਤਾਂ ਉਹਨਾਂ ਦੇ ਰਹਿ ਗਏ, ਵਿਗਿਆਪਨ ਦੇ ਰਿਹਾ ਨਾ, ਉਹ ਸਾਰਾ ਪੈਸਾ ਉਹ ਲਾ ਰਿਹਾ, ਵੱਡੇ ਵੱਡੇ ਫੋਟੋ ਉਹਦੇ ਚੱਲ ਰਹੇ, ਜਿੱਥੇ ਦੇਖੋ ਉਸੇ ਦਾ ਫੋਟੋ ਦਿਖੇਗਾ। ਦੇਖੋ ਮੈਂ ਇੱਕ ਚੀਜ਼ ਹੋਰ ਵੀ ਕਹਿਣਾ ਚਾਹੁੰਦਾ ਵੀਰ ਜੀ, ਕਿ ਤੁਸੀਂ ਪੱਥਰ ਫੇਂਕੋ, ਜਿਤਨੀ ਪਾਵਰ ਨਾਲ ਉੱਤੇ ਜਾਏਗਾ ਉਸ ਤੋਂ ਤੇਜ਼ੀ ਨਾਲ ਥੱਲੇ ਆਏਗਾ। ਇਹਨੇ 6.5 ਸਾਲਾਂ ਦੇ ਅੰਦਰ ਜੋ ਵੀ ਸਾਡਾ ਪੈਸਾ, ਤੁਹਾਡਾ ਸਾਡਾ ਪੈਸਾ ਲੁੱਟ ਕੇ ਆਪਣੇ ਉੱਤੇ ਲਾਇਆ, ਇਹ ਪ੍ਰਕਿਰਤੀ ਕੋਲ ਸਭ ਹਿਸਾਬ ਹੈਗਾ। ਓਕੇ, ਇਹ ਜਿਤਨਾ ਤੇਜ਼ੀ ਨਾਲ ਉੱਤੇ ਚੜਿਆ ਹੈ, ਉਸ ਤੋਂ ਜ਼ਿਆਦਾ ਤੇਜ਼ੀ ਨਾਲ ਹੁਣ ਥੱਲੇ ਆਏਗਾ। ਇਹਦਾ ਟਾਈਮ ਆ ਗਿਆ, ਪਾਪ ਦਾ ਇਹਦਾ ਘੜਾ ਭਰ ਗਿਆ। ਸੋ ਸਵਾਮੀ ਜੀ, ਆਖਰੀ ਸਵਾਲ ਹੈ ਜੀ, ਇੱਕ ਸੰਦੇਸ਼ ਕਿਸਾਨਾਂ ਨੂੰ, ਇਸ ਦੇਸ਼ ਦੇ ਨੂੰ। ਮੇਰਾ ਇਹੀ ਸੰਦੇਸ਼ ਹੈ ਕਿ ਇਹ ਜਿਹੜਾ ਅੰਦੋਲਨ ਹੈ, ਇਹ ਹੁਣ ਤੁਸੀਂ, ਇਹ ਪ੍ਰਾਈਵੇਟ ਕੰਪਨੀ ਨਾਗ, ਨਰਿੰਦਰ, ਅਮਿਤ, ਗੌਤਮ ਅਡਾਨੀ ਕੰਪਨੀ, 3 ਤਰ੍ਹਾਂ ਦੇ ਨਾਗ ਨੇ, ਮਾਂਬਾ, ਕੋਬਰਾ, ਵਾਈਪਰ। ਇਹਨਾਂ ਤਿੰਨਾਂ ਦੇ ਫਨ ਨੂੰ ਕੁਚਲਣ ਮਾਰੇ ਤੁਹਾਡੇ ਕੋਲ ਸੋਸ਼ਲ ਮੀਡੀਆ ਦਾ ਪਲੇਟਫਾਰਮ ਹੈ। ਕਿਸਾਨ ਵੀਰੋ, ਤੁਸੀਂ ਸਾਰੇ ਅੰਦੋਲਨ ਕਰ ਰਹੇ ਹੋ, ਬਹੁਤ ਚੰਗੇ ਟਰੈਕ ਤੇ ਜਾ ਰਹੇ ਹੋ ਤੁਸੀਂ। ਮੇਰੀ ਇਹ ਬੇਨਤੀ ਹੈ, ਹਰ ਬੰਦਾ 10 ਮੋਬਾਈਲ ਤੇ ਇਹ ਸਪਰੇ ਕਰੇ ਸੂਚਨਾ, 10 100 ਨੂੰ, 100 1000 ਨੂੰ, 1000 ਕਰੋੜ ਨੂੰ, ਕਰੋੜ 10 ਕਰੋੜ ਨੂੰ, ਫਿਰ 100 ਕਰੋੜ ਨੂੰ, ਬੰਦੇ ਬੰਦੇ ਤੱਕ ਇਹ ਸੂਚਨਾ ਪਹੁੰਚਣੀ ਚਾਹੀਦੀ ਇਸ ਅੰਦੋਲਨ ਦੀ। ਹਰ ਤੀਜਾ ਟਰੋਲ ਵਰਡ ਦਾ ਅਗਰ ਇਸ ਮੀਡੀਆ 'ਚ ਆ ਜਾਏਗਾ, ਤੀਜਾ ਟਰੋਲ, ਮੈਂ ਗਾਰੰਟੀ ਕਰਦਾ ਇਹ ਦੁਨੀਆ ਹੁਣ ਗਲੋਬਲ ਵਿਲੇਜ ਹੈ। ਇਹ ਸੱਚ ਜਦ ਸਾਹਮਣੇ ਆਏਗਾ, ਉਹ ਝੂਠੇ ਸਭ ਆਪਣੇ ਆਪ ਭੱਜ ਜਾਣੇ। ਦੂਸਰਾ, ਇਹਨਾਂ ਚੈਨਲਾਂ ਨੂੰ ਤੁਸੀਂ TRP ਤੋਂ ਗਾਇਬ ਕਰੋ। TV ਚੈਨਲ ਤੇ ਆਂਦੇ ਉਹਨਾਂ ਦਾ ਆਫ, ਇਹਨਾਂ ਦਾ TRP ਗਿਰੇਗਾ, ਇਹਨਾਂ ਦਾ ਖੇਲ ਖਤਮ, ਸਾਰਾ ਗੇਮ TRP ਦਾ। ਹੁਣ ਉਹ ਸ਼ਸਤਰ ਉਹ ਜ਼ਮਾਨੇ ਦੇ ਨਹੀਂ ਹਨ। ਇਹ ਦੇਖੋ, ਇਹ ਕਰਨਾਲ ਕੁਰੂਕਸ਼ੇਤਰ ਹੈ, ਉਹੀ ਧਰਮ ਖੇਤਰ ਹੈ, ਕੁਰੂਕਸ਼ੇਤਰ ਹੈ। ਮੈਂ ਤਾਂ 2 ਦਿਨ ਪਹਿਲੇ ਮੈਡੀਟੇਸ਼ਨ ਵਿੱਚ ਵੇਖਿਆ, ਉਹਦਾ ਉਹੀ ਹਿਸਾਬ ਹੈ, ਕੌਰਵ ਪਾਂਡਵ ਆ ਕੇ ਲੜ ਰਹੇ, ਲੇਕਿਨ ਜਿੱਤੇਗਾ ਕੌਣ? ਧਰਮ। ਉਹ ਧਰਮ ਕਿੱਥੇ ਖੜਾ ਹੈ? ਇਹਨਾਂ ਕਿਸਾਨਾਂ ਦੇ ਹਿਰਦੇ ਦੇ ਅੰਦਰ ਵਸਦਾ। ਉਹ अधर्मी है। तो मैं यह भी कहना चाहता, अधर्म जब धर्म का कवच पहनकर खड़ा हो जाए तो उसे नष्ट कर देना ही धर्म है। अर्जुन का संशय भगवान कृष्ण ने खत्म किया सी। वो हुण कृष्ण बंसरी बजांदा होया नहीं आएगा, वो सुदर्शन चक्र लैके नहीं आएगा, वो आ गया ये मोबाइल के अंदर। यह मोबाइल का वधिया उपयोग करो और एदा सुदर्शन चक्र नूं इस तरह घुमा दो पूरी दुनिया च, वो अपने आप ढह जाणगे बिना लड़ाई झगड़े दे। इन्हां दे अंदर पावर हैगा।
ਇਸ ਪਾਵਰ ਦਾ ਉਪਯੋਗ ਕਰੋ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ। ਬਹੁਤ ਬਹੁਤ ਧੰਨਵਾਦ ਸਵਾਮੀ ਹਰਸ਼ਾਨੰਦ ਜੀ ਦਾ। ਸੋ ਮੈਂ ਓਂਕਾਰ ਸਿੰਘ, ਸਿੰਘੂ ਬਾਰਡਰ, ਦਿੱਲੀ।